गिरंत गिर पतत पातालं जलंत दे दीप्य वैश्वंत्र है। से दे दीप्य एक ये पाठ ध्यान देना, एक वैश्वंत्र है। ਬੱਬੇ ਨੂੰ ਦਲਾਈਆਂ ਲਾ ਕੇ ਸੱਸੇ ਔਂਕੜ ਐੜੇ ਕੰਨਾਂ ਉੱਤੇ ਬਿੰਦੀ ਤੱਤਾ ਰਾਰਾ ਹਾਹਾ ਵੈਸਵੰਤਰ ਦੇ ਦੀਪਿਆ। ਮਹਾਰਾਜ ਕਹਿੰਦੇ ਨੇ ਗਿਰ ਪਹਾੜ ਦੀ ਚੋਟੀ ਤੋਂ ਗ੍ਰੰਥ ਡਿੱਗ ਕੇ ਪਾਤਾਲੰਗ ਡੂੰਘੇ ਟੋਏ ਵਿੱਚ ਆ ਕੇ ਪਤਤ ਪਾ ਪੈ ਜਾਣਾ ਇਹਨਾਂ ਦੁੱਖਦਾਇਕ ਨਹੀਂ ਹੈ। ਦੇ ਦੀਪਿਆ ਪ੍ਰਜਵਲਿਤ ਵੈਸਵੰਤਰ ਹੈ, ਅਗਨੀ ਵਿੱਚ ਜਲੰਤ ਹੁੰਦਾ ਸੜ ਕੇ ਮਰ ਜਾਣਾ ਵੀ ਇਹਨਾਂ ਦੁੱਖ ਰੂਪ ਨਹੀਂ ਹੈ। ਸੋ ਦੀਪਿਆ ਦੀਵੇ ਦੀ ਵੈਸਵੰਤਰ ਹੈ, ਅਗਨੀ ਉੱਪਰ ਭਾਵ ਦੀਵੇ ਦੀ ਨਿੱਕੀ ਨਿੱਕੀ ਲਾਟ ਦੇ ਉੱਪਰ ਆਪਣੇ ਸਰੀਰ ਨੂੰ ਦੇ ਦੇ ਕੇ ਸਾੜ ਸਾੜ ਕੇ ਸੜ ਜਾਣਾ ਵੀ ਇਹਨਾਂ ਦੁੱਖ ਰੂਪ ਨਹੀਂ ਹੈ। ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨ ਹੈ। ਅਗਾਹ ਹੁੰਦਾ ਡੂੰਘੇ, ਤੋਯੰ ਹੁੰਦਾ ਪਾਣੀ ਦੀਆਂ, ਤਰੰਗੰ ਹੁੰਦਾ ਲਹਿਰਾਂ ਵਿੱਚ, ਬਹੰਤ ਹੁੰਦਾ ਰੁੜ ਜਾਣਾ ਵੀ ਇਹਨਾਂ ਦੁੱਖ ਰੂਪ ਨਹੀਂ ਹੈ ਜਿੰਨਾ ਕੋ ਘਰ ਦੀ ਚਿੰਤਾ ਦਾ ਦੁੱਖ ਹੁੰਦਾ ਹੈ। ਕਿਉਂਕਿ ਘਰ ਦੀ ਚਿੰਤਾ ਜਨਮ ਅਤੇ ਮਰਨ ਦੀ ਪ੍ਰਾਪਤੀ ਕਰਨ ਵਾਲੀ ਹੈ। ਇਸ ਵਾਸਤੇ ਇਹ ਭਾਈ ਇਹ ਜਨਮ ਮਰਨ ਦੇ ਦੇਣ ਵਾਲੀ ਘਰ ਦੀ ਚਿੰਤਾ ਦਾ ਤੁਸੀਂ ਸੰਗਤੋ ਤਿਆਗ ਕਰੋ। ਅਨਕ ਸਾਧਨੰ ਨ ਸਿੱਧਿਅਤੇ ਨਾਨਕ ਅਸਤੰਭੰ 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 ਸ਼ਬਦ ਸਾਧ ਸਵਜਨ ਹੈ। ਮਹਾਰਾਜ ਕਹਿੰਦੇ ਨੇ ਕਿ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ ਘਰ ਐਸਾ ਹੈ ਜੋ ਅਨੇਕ ਸਾਧਨਾ ਕਰਕੇ ਭਾਵ ਬੇਅੰਤ ਪਦਾਰਥਾਂ ਨਾਲ ਵੀ ਸਿੱਧ ਤੇ ਭਰਪੂਰ ਨਹੀਂ ਹੁੰਦਾ, ਭਰਦਾ ਨਹੀਂ ਕਦੇ। ਤੇ ਗਿਰੰਤ ਗਿਰ ਪਤਤ ਪਾਤਾਲੰ, ਕਈ ਮਨੁੱਖ ਦੁੱਖਦਾਇਕ ਘਰ ਦੀ ਚਿੰਤਾ ਦੇ ਕਾਰਨ ਪਹਾੜ ਤੋਂ ਡਿੱਗ ਕੇ ਹੇਠਾਂ ਪਤਾਲ ਵਿੱਚ ਪੈ ਕੇ ਮਰ ਜਾਂਦੇ ਨੇ। ਜਲੰਤ ਦੇ ਦੀਪਿਆ ਵੈਸਵੰਤਰ ਹੈ, ਅਤੇ ਕਈ ਬੰਦੇ ਘਰ ਦੀ ਚਿੰਤਾ ਦੇ ਦੁੱਖ ਕਰਕੇ ਦੀਪਿਆ ਵੈਸਵੰਤਰ ਹੈ ਪ੍ਰਜਵਲਿਤ ਅਗਨੀ ਵਿੱਚ ਸੜ ਕੇ ਮਰ ਜਾਂਦੇ ਨੇ। ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਕਿ ਕਈ ਬੰਦੇ ਇਹੋ ਜਿਹੇ ਘਰ ਦੀ ਚਿੰਤਾ ਦੇ ਦੁੱਖ ਕਰਕੇ ਦਰਿਆ ਦੇ ਡੂੰਘੇ ਪਾਣੀ 'ਚ ਰੁੜ ਕੇ ਮਰ ਜਾਂਦੇ, ਕਈ ਘਰ ਦੀ ਚਿੰਤਾ ਕਰਕੇ ਗੱਡੀ ਹੇਠ ਆ ਕੇ ਮਰ ਜਾਂਦੇ, ਕਈ ਫਾਹਾ ਲੈ ਕੇ ਮਰ ਜਾਂਦੇ, ਕਈ ਜ਼ਹਿਰ ਖਾ ਕੇ ਮਰ ਜਾਂਦੇ ਆ। ਇਸ ਤਰ੍ਹਾਂ ਘਰ ਦੀ ਚਿੰਤਾ ਕਰਕੇ ਜੀਵ ਹਰ ਵੇਲੇ ਜੰਮਦਾ ਮਰਦਾ ਰਹਿੰਦਾ। ਅਨਕ ਸਾਧਨੰ ਨ ਸਿੱਧਿਅਤੇ ਨਾਨਕ, ਮਹਾਰਾਜ ਕਥਨ ਕਰਦੇ ਹਰੀ ਲਾਲ ਕ੍ਰਿਸ਼ਨ ਲਾਲ, ਉਹ ਘਰ ਦੀ ਚਿੰਤਾ 'ਚ ਫਸ ਕੇ ਜੀਵ ਚਾਹੇ ਅਨੇਕ ਪ੍ਰਕਾਰ ਦੇ ਸਾਧਨ ਕਰ ਲਵੇ ਤਾਂ ਵੀ ਸਿੱਧਿਅਤੇ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਫਿਰ ਘਰ ਦੀ ਚਿੰਤਾ ਦੂਰ ਕਿਵੇਂ ਹੋਵੇ? ਸਤਿਗੁਰੂ ਕਹਿਣ ਲੱਗੇ ਅਸਤੰਭੰ 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 ਸ਼ਬਦ ਸਾਧ ਸਵਜਨ ਹੈ। ਮਹਾਰਾਜ ਜੀ ਇਸ ਪ੍ਰਕਾਰ ਸਮਝਾਉਂਦੇ ਹਨ ਉਹਨਾਂ ਨੂੰ ਤਾਂ ਸਮਝਾ ਚੁੱਕੇ, ਆਪਾਂ ਨੂੰ ਸਮਝਾਉਂਦੇ ਆ ਕਿ ਲੋਕ ਪ੍ਰਲੋਕ ਦੇ ਸਵਜਨ ਹੈ ਸੱਜਣ ਜੋ ਸਾਧੂ ਮਹਾਤਮਾ ਨੇ, ਉਹਨਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਅਸਤੰਭੰ ਸਥਿਤ ਕਰੇ, ਤਨ ਨੂੰ ਵੀ ਅਸਤੰਭੰ ਸਥਿਤ ਕਰੇ ਅਤੇ ਬਾਣੀ ਨੂੰ ਵੀ ਅਸਤੰਭੰ ਸਥਿਤ ਕਰੇ ਤਾਂ ਘਰ ਦੀ ਚਿੰਤਾ ਦੂਰ ਹੁੰਦੀ ਹੈ। ਨਿਸ਼ਚੇ ਪੂਰਵਕ ਕਥਨ ਹੈ ਕਿ ਸੱਜਣ ਸਾਧੂਆਂ ਦੇ ਸ਼ਬਦ ਦੁਆਰਾ ਮਨ ਨੂੰ ਸਥਿਤ ਕਰੇ, ਮਨ ਨੂੰ ਟਿਕਾਓ ਸਹਿਤ ਕਰੇ, ਮਨ ਨੂੰ ਟਿਕਾਓ ਸਹਿਤ ਕਰੇ। ਸੱਜਣ ਜੋ ਸਾਧੂ ਹੈ ਉਹਨਾਂ ਦਾ ਅਸਤੰਭੰ ਸਥਿਤ ਕਰਨ ਵਾਲਾ ਜੋ ਸ਼ਬਦ ਉਪਦੇਸ਼ ਹੈ, ਸੋ ਉਸ ਦੁਆਰੇ ਅਸਤੰਭੰ ਸਥਿਤ ਰੂਪ ਪਰਮਾਤਮਾ ਵਿੱਚ ਆਪਣੇ ਮਨ ਨੂੰ ਅਸਤੰਭੰ ਕਰੇ, ਸਥਿਤ ਕਰੇ, ਟਿਕਾਓ ਦੇ ਸਹਿਤ ਲਿਆਵੇ ਮਨ ਦੇ ਅੰਦਰ, ਤਾਂ ਘਰ ਦੀ ਚਿੰਤਾ ਦੂਰ ਹੁੰਦੀ ਹੈ। ਅਸਤੰਭੰ 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 ਸ਼ਬਦ ਸਾਧ ਸਵਜਨ ਹੈ। ਇਹਦਾ ਭਾਵ ਕੀ ਹੈ ਜੀ? ਕਹਿੰਦੇ ਇਹਦਾ ਅੰਤਰੀ ਭਾਵ ਇਹ ਆ ਕਿ ਸਥਿਤ ਰਹਿਣ ਵਾਲਾ ਜੋ ਪਰਮੇਸ਼ਰ ਹੈ ਅਸਤੰਭੰ, ਅਤੇ ਸਥਿਤ ਰਹਿਣ ਵਾਲੇ ਜੋ ਸੰਤ ਹਨ ਉਹਨਾਂ ਸੱਜਣ ਸਾਧੂਆਂ ਪਾਸੋਂ ਸ਼ਬਦ ਲੈ ਕੇ ਪਰਮੇਸ਼ਰ ਵਿੱਚ ਅਸਤੰਭੰ ਸਥਿਤ ਕਰੇ ਆਪਣੇ ਆਪ ਨੂੰ। ਫਿਰ ਦੇਖੋ ਸ਼ਬਦ ਜੋ ਬ੍ਰਹਮ ਵੀ ਅਸਤੰਭੰ ਸਥਿਤ ਰੂਪ ਹੈ, ਇੱਕੋ ਹੀ ਪੰਕਤੀ 'ਚ ਸਾਰਾ ਕੁਛ ਆਈ ਜਾਣਾ ਹੈ। ਅਤੇ ਗੁਰਾਂ ਦਾ ਸ਼ਬਦ ਵੀ ਸਥਿਤ ਰੂਪ ਹੈ, ਅਤੇ ਗੁਰ ਸ਼ਬਦ ਨੂੰ ਕਮਾਉਣ ਵਾਲੇ ਜਿਹੜੇ ਸੰਤ ਮਹਾਤਮਾ ਵੀ ਸਥਿਤ ਰੂਪ ਨੇ। ਇਸ ਕਰਕੇ ਕਮਾਈ ਕਰੇ ਸ਼ਬਦ ਦੀ, ਸ਼ਬਦ ਦੀ ਕਮਾਈ ਵਾਲਿਆਂ ਕੋਲ ਬੈਠੇ। ਜਿਹੜਾ ਨੇ ਸ਼ਬਦ ਦੀ ਕਮਾਈ ਨਹੀਂ ਕੀਤੀ ਉਹਨਾਂ ਕੋਲ ਬਹਿ ਕੇ ਆਪਣਾ, ਉਹ ਤਾਂ ਪਹਿਲਾਂ ਹੀ ਵਿਚਾਰਾ ਰੁੜਿਆ ਪਿਆ ਵਿਕਾਰਾਂ 'ਚ, ਉਹਦੇ ਕੋਲ ਕੀ ਬੈਠਾਂਗੇ ਆਪਾਂ। ਫਿਰ ਬੇਨਤੀ ਕੀਤੀ ਗਰੀਬ ਨਵਾਜ, ਆਪ ਇਹ ਕਿਰਪਾ ਕਰਕੇ ਦੱਸੋ ਇਹ ਜੀਵ ਦੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਦਲਿੱਦਰਾਂ ਦੀ ਨਿਵਰਤੀ ਕਿਸ ਤਰ੍ਹਾਂ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਫਰਮਾਉਣ ਲੱਗੇ, ਸਾਰੀਆਂ ਸੰਗਤਾਂ ਸੁਣੋ ਭਾਈ ਸੰਗਤੋ, ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾਵਿਖਿਆਦੰ
ਖੱਖੇ 'ਚ ਅੱਧਾ ਯਈਆ ਵਿਖਿਆਦੰ, ਬੱਬੇ ਸਿਹਾਰੀ ਖੱਖੇ ਸਿਹਾਰੀ ਐੜੇ ਕੰਨਾਂ ਦੱਦੇ ਉੱਤੇ ਟਿੱਪੀ ਲਾ ਕੇ ਲਿਖੋ ਵਿਖਿਆਦੰ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਘੋਰ ਬੜੇ ਭਿਆਨਕ ਬਹੁਤ ਭਿਆਨਕ ਕੋੜ ਆਦਿਕ ਦੁੱਖ ਹੈ ਤੇ ਘੋਰ ਦੁੱਖਾਂ ਏਡਜ਼ ਵਰਗੇ ਰੋਗ ਅੱਜ ਕੱਲ੍ਹ ਪੈਦਾ ਹੋ ਗਏ, ਕੈਂਸਰ ਰੋਗ ਹੈ ਯਾਰ, ਇਹੋ ਜਿਹੇ ਰੋਗ ਅਸਾਧ ਰੋਗ ਜਿਹੜੇ ਹਟ ਹੀ ਨਹੀਂ ਸਕਦੇ। ਡਾਕਟਰ ਜਵਾਬ ਹੀ ਦੇ ਦੇਣ ਜਿੱਥੋਂ, ਇਹ ਨਹੀਂ ਹਟ ਸਕਦਾ। ਦੁੱਖ ਗਊ ਮਾਰਨੀ, ਲੜਕੀ ਮਾਰਨੀ, ਬ੍ਰਹਮ ਗਿਆਨੀ ਦਾ ਮਾਰਨਾ ਆਦਿਕ ਅਨੇਕ ਪ੍ਰਕਾਰ ਦੀ ਹੱਤਿਆ ਦਾ ਦੋਸ਼ ਲੱਗਿਆ ਹੁੰਦਾ ਹੈ। ਬਾਣੀ 'ਚ ਤਾਂ ਕਿਹਾ ਲੜਕੀ ਨਹੀਂ ਮਾਰਨੀ, ਤੇ ਸਾਡੇ ਲੋਕ ਹਟਦੇ ਹੀ ਨਹੀਂ ਹੈ। ਪੁਰਾਣੀਆਂ ਬੁੜੀਆਂ ਨੇ ਗਲ ਗੂਠੇ ਦੇ ਬਹੁਤ ਮਾਰੀਆਂ ਸੀ, ਫੇਰ ਹੁਣ ਉਦਾਂ ਹੀ ਮਾਰੀ ਜਾਂਦੇ ਨੇ, ਫੇਰ ਕਿਹੜਾ ਉਹ ਹਟ ਜਾਂਦੀਆਂ ਹੁਣ। ਅਤੇ ਜਨਮ ਕਾਲ ਦਾ ਦਲਿਦਰੀ ਭਾਵ ਜਨਮ ਤੋਂ ਲੈ ਕੇ ਕੰਗਾਲ ਹੋਣਾ, ਦਲਿਦਰੀ ਦੇ ਘਰ ਵਿੱਚ ਜਨਮ ਲੈਣਾ, ਜਨਮ ਮਰਨ ਰੂਪ ਦਲਿਦਰ ਦੀ ਪ੍ਰਾਪਤੀ ਹੋਈ ਰਹਿਣੀ। ਇਸ ਤੋਂ ਆਦ ਜੋ ਮਹਾਂ ਬੜੇ ਭਾਰੀ ਵਿਖਿਆਦੰਗ ਦੁੱਖ ਜਾਂ ਉਪਦਰਵ ਹਨ, ਮਹਾਂ ਵਿਖਿਆਦੰਗ ਬੜੇ ਝਗੜੇ ਗਲ 'ਚ ਆ ਕੇ ਪਏ ਰਹਿਣੇ। ਮਹਾਂ ਵਿਖਿਆਦੰਗ ਬਹੁਤ ਵਿਸ਼ਿਆਂ ਦਾ ਆਦਨ ਕਰਨਾ, ਬਹੁਤੇ ਵਿਸ਼ਈ ਹੋ ਕੇ ਵਿਸ਼ਿਆਂ ਨੂੰ ਭੋਗਣਾ, ਮੁਕੱਦਮੇ ਚੱਲੀ ਜਾਣੇ ਸਿਰ ਤੇ, ਬੜੇ ਮੁਕੱਦਮੇ ਵਿਖਿਆਤ ਪਏ ਰਹਿਣੇ। ਇਹ ਹੁਣ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਜੀ। ਇਹ ਮਹਾਰਾਜ ਜੀ ਦੂਰ ਕਿਵੇਂ ਹੋ ਸਕਦੀਆਂ? ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਸਤਿਗੁਰੂ ਦੇਵ ਜੀ ਕੀ ਕਥਨ ਕਰਦੇ ਆ? ਮਹਾਰਾਜ ਕਹਿਣ ਲੱਗੇ ਪਹਿਲਾਂ ਤੁਹਾਨੂੰ ਦੱਸਿਆ ਨਾ ਕਿ ਸਾਰੇ ਉਪਦਰਵ ਇੱਕ ਹਰੀ ਦੇ ਨਾਮ ਸਿਮਰਨ ਕਰਕੇ ਇਸ ਤਰ੍ਹਾਂ ਮਿਟ ਜਾਂਦੇ ਆ। ਜਿਸ ਤਰ੍ਹਾਂ ਕਾਸ਼ਟ ਹੁੰਦਾ ਲੱਕੜਾਂ ਨੂੰ, ਪਾਵਕ ਜਿਹੜੀ ਹੁੰਦੀ ਅੱਗ ਭਸਮੰ ਕਰੋਤ ਸੁਆਹ ਕਰ ਦਿੰਦੀ ਹੈ। ਇਸ ਕਰਕੇ ਬਾਣੀ ਅੰਦਰ ਬਹੁਤ ਪ੍ਰਮਾਣ ਦਿੱਤੇ ਹੋਏ ਨੇ। ਸਾਰੇ ਪਾਪ ਜਿਹੜੇ ਨੇ ਮਨਮੁਖ ਮੋਹੇ ਗੁਬਾਰ ਜਿਉਂ ਭੁੱਲਾ ਮੰਝ ਬਣੀ, ਕੱਟੇ ਪਾਪ ਅਸੰਖ ਨਾਵੈ ਇੱਕ ਕਣੀ, ਈਂਦਨ ਅਧਿਕ ਸਕੇਲੀਆ ਭਾਈ ਪਾਵ ਕਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ। ਇਸ ਕਰਕੇ ਉਹ ਇੱਕ ਪਰਮੇਸ਼ਰ ਦਾ ਨਾਮ ਮਹਾਰਾਜ ਇੰਨੇ ਦੁੱਖ ਅਤੇ ਪਾਪਾਂ ਦੇ ਦੂਰ ਕਰਨੇ ਨੂੰ ਕਿਸ ਤਰ੍ਹਾਂ ਸਮਰੱਥ ਹੈ। ਸੋ ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਹੈ ਇਹ ਅਤਰਥੀ ਸੂਰਮਾ ਹੈ, ਇਸ ਨਾਮ ਨੂੰ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਪ੍ਰਤਾਖਿਕ ਸੂਰਮਾ ਰਥੀ ਹੁੰਦਾ, ਦੂਜਾ ਮਹਾਰਥੀ ਹੁੰਦਾ, ਤੀਜਾ ਅਤਰਥੀ ਹੁੰਦਾ। ਜੋ ਇੱਕ ਨਾਲ ਇੱਕ ਲੜੇ ਉਹ ਰਥੀ ਸੂਰਮਾ, ਜੋ 10,000 ਨਾਲ ਲੜੇ ਇੱਕ ਇਕੱਲਾ ਉਹ ਮਹਾਰਥੀ ਸੂਰਮਾ ਹੁੰਦਾ, ਅਤੇ ਜੋ ਅਣਗਿਣਤਾਂ ਨਾਲ ਲੜੇ ਉਹ ਅਤਰਥੀ ਸੂਰਮਾ ਹੈ, ਉਹਨੂੰ ਹੋਰ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਪੈਂਦੀ। ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹਿ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਪਹਿਲੇ ਪਾਤਸ਼ਾਹ ਮਹਾਰਾਜ ਨੇ ਵੀ ਬਾਣੀ ਅੰਦਰ ਔਰ ਸੂਰਜ ਪ੍ਰਕਾਸ਼ ਗੁਰੂ ਨਾਨਕ ਪ੍ਰਕਾਸ਼ ਨਾਮ ਦੀ ਬੜੀ ਮਹਿਮਾ ਦੱਸੀ ਹੈ। ਇਹ ਮੰਤਰ ਮਹਾ ਸਤਨਾਮ ਹੈ, ਨਿਜ ਜੀਹ ਜਪੇ ਜੋ ਅਰੋਗ ਚਹੈ, ਤਨ ਤਾਪ ਕਹਾਂ ਇਸਤੇ ਜੋ ਰਹਿ, ਜਗ ਤੀਨੋਂ ਤਾਪਨ ਖਾਪਦ ਹੈ, ਮੁਖ ਧਨ ਜਪੈ ਸਤਨਾਮ ਸਦਾ, ਕੇ ਸੰਕਟ ਹੋਣ ਨਾ ਦੇਤ ਕਦਾ, ਬੜ ਭਾਗ ਭਰੇ ਲਿਵਲਾਵਤ ਹੈ, ਦੁਖ ਲੋਕ ਪਰਲੋਕ ਨਸਾਵਤ ਹੈ, ਕਹਿ ਸਿੱਖਿਨ ਸਾਥ ਵਿਕਾਰ ਤਜੋ, ਸਤਨਾਮ ਭਜੋ ਸਤਨਾਮ ਭਜੋ। ਸੋ ਇਸ ਕਰਕੇ ਮਹਾਰਾਜ ਨੇ ਜਿਵੇਂ ਬਚਨ ਕੀਤਾ, ਇਸ ਸਾਰੇ ਬਚਨ ਨੂੰ ਕਮਾਉਣਾ ਹੈ। ਪਰਮੇਸ਼ਰ ਦਾ ਨਾਮ ਸਧਾਰਨ ਪ੍ਰਾਸ਼ਚਿਤ ਜੋ ਹੈ, ਜੋ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਕਬੀਰ ਜੀ ਦੀ ਇਸਤਰੀ ਮਾਈ ਲੋਈ ਨੇ ਕੋੜੀ ਬੰਦੇ ਨੂੰ ਇੱਕ ਦਫਾ ਨਾਮ ਜਪਾ ਕੇ ਉਹਦਾ ਕੋੜ ਦੂਰ ਕਰਤਾ, ਦੂਜੀ ਵਾਰ ਨਾਮ ਜਪਾ ਕੇ ਪਦਾਰਥਾਂ ਦੀ ਪ੍ਰਾਪਤੀ, ਤੀਜੀ ਵਾਰੀ ਆਰਾਮ ਨਾਮ ਕਹਾ ਕੇ ਮੁਕਤੀ ਦੇਤੀ। ਪ੍ਰਭੂ ਦੇ ਨਾਮ ਦੇ ਵਿੱਚ ਇੰਨੀ ਸਮਰੱਥਾ ਹੈ, ਕੀ ਦਸੀਏ ਤੁਹਾਨੂੰ ਇਹ ਨਾਮ ਦੀ ਕਿੰਨੀ ਸਮਰੱਥਾ ਹੈ। ਅੰਧਕਾਰ ਸਿਮਰਤ ਪ੍ਰਕਾਸ਼ੰ, ਗੁਣ ਰਮੰਤ ਅਘ ਖੰਡਨ ਹੈ। ਵਾਹਿਗੁਰੂ ਨਾਮ ਦੇ ਸਿਮਰਨ ਕਰਨ ਨਾਲ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਵਾਹਿਗੁਰੂ, ਵਾਹਿ ਦਾ ਅਰਥ ਹੈ ਅਚਰਜ ਗੋ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਰੂਹ ਤੋਂ ਭਾਵ ਕਰਦਾ ਹੈ ਪ੍ਰਕਾਸ਼। ਹਰੀ ਨਾਮ ਦੇ ਸਿਮਰਨ ਕਰਕੇ ਸੰਸਾਰ ਰੂਪ ਅੰਧਕਾਰ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤੇ ਨਾਮ ਆਦਿਕ ਗੁਣਾਂ ਦੇ ਰਮੰਤ ਉਚਾਰਨ ਕਰਨ ਨਾਲ ਅਗ ਖੰਡਨਾ ਪਾਪ ਨਾਸ ਹੋ ਜਾਂਦੇ ਹਨ। ਰਿਦ ਬਸੰਤ ਭੈ ਭੀਤ ਦੂਤ ਹੈ, ਕਰਮ ਕਰਤ ਮਹਾ ਨਿਰਮਲ ਹੈ। ਹਿਰਦੇ ਵਿੱਚ ਵਾਹਿਗੁਰੂ ਨਾਮ ਦੇ ਵਸਣ ਕਰਕੇ ਕਾਮ ਕ੍ਰੋਧ ਆਦਿਕ ਦੂਤ ਵੀ ਭੈ ਹੁੰਦਾ, ਖੌਫ ਡਰ ਵਿੱਚ ਵੀ ਭੀਤ ਪਾਪ ਵੀ ਤਤ ਹੋ ਜਾਂਦੇ, ਡਰ ਜਾਂਦੇ, ਭੱਜ ਜਾਂਦੇ ਨੇ ਨਾਮ ਦੇ ਕਰਕੇ। ਇਹ ਨਾਮ ਤੋਂ ਤਾਂ ਡਰਦੇ ਸਾਰੇ, ਤਾਈਓ ਤਾਂ ਜਦੋਂ ਵਾਹਿਗੁਰੂ ਮੰਤਰ
ਬਾਣੀ ਮੂਲ ਮੰਤਰ ਪੜ੍ਹਨ ਲੱਗਦੇ ਆ, ਦੇਹ ਵਾਸੀਆਂ, ਦੇਹ ਨੀਂਦ, ਇਹ ਜ਼ੋਰ ਪਾਉਂਦੇ ਰਹੇ, ਉਹ ਨਾ ਜਪ ਨਾ, ਇਹਦਾ ਮੂੰਹ ਫੜ ਲਓ, ਇਹਦੀਆਂ ਅੱਖਾਂ ਬੰਦ ਕਰ ਦਿਓ, ਇਹਦੇ ਕੰਨ ਬੰਦ ਕਰ ਦਿਓ, ਦਿਮਾਗ ਤੇ ਅਸਰ ਪਾਉਂਦੇ ਨੇ। ਐਨ ਚਾਰੇ ਪਾਸੇ ਸਾਰੇ ਚਿੰਬੜ ਜਾਂਦੇ, ਉਹ ਨਾ ਜਪੋ ਨਾ ਜਪ, ਜੇ ਤੂੰ ਜਪਣ ਲੱਗ ਗਿਆ ਅਸੀਂ ਕਿੱਥੇ ਜਾਵਾਂਗੇ। ਕਈ ਤਾਂ ਫਿਰ ਸੌਂ ਜਾਂਦੇ, ਜਦ ਹੀ ਨੀਂਦ ਆਈ ਹੈ ਚਾਹ ਪੀਣ ਲੱਗ ਜਾਂਦੇ, ਉਹ ਕਹਿੰਦੇ ਚੱਲ ਟਾਲਤਾ ਹੁਣ ਇਹਨੂੰ। ਤੇ ਕਈ ਜਿਹੜੇ ਹੁੰਦੇ ਨੇ ਉਹ ਤਕੜੇ ਹੋ ਕੇ ਲੱਗੇ ਰਹਿੰਦੇ ਨੇ, 15 ਕੁ ਮਿੰਟ ਤਾਂ ਇਹ ਜੰਗ ਜਿਹਾ ਹੁੰਦਾ ਇਹਨਾਂ ਨਾਲ, ਫਿਰ ਬਾਅਦ 'ਚ ਆਪਣੇ ਆਪ ਹੀ ਛੱਡ ਕੇ ਭੱਜ ਜਾਂਦੇ ਨੇ। ਉੱਚੀ ਉੱਚੀ ਸਮਕਾਂ ਵਾਹਿਗੁਰੂ ਵਾਹਿਗੁਰੂ ਕਰੇ। ਸੋ ਜਮਦੂਤ ਭੈ ਕਰਕੇ ਭੀਤ ਕੰਧ ਦੇ ਸਮਾਨ ਜੜ ਹੋ ਜਾਂਦੇ ਆ, ਅਤੇ ਨਾਮ ਦੇ ਪ੍ਰਤਾਪ ਕਰਕੇ ਇਹ ਜੀਵ ਮਹਾ ਨਿਰਮਲ ਅਤੀ ਪਵਿੱਤਰ ਨਿਸ਼ਕਾਮ ਕਰਮਾਂ ਦੇ ਕਰਨ ਵਾਲਾ ਹੋ ਜਾਂਦਾ। ਕਰਮ ਸਰੀਰ ਵੀ ਬੜਾ ਪਵਿੱਤਰ ਹੋ ਜਾਂਦਾ। ਇਹ ਗੱਲਾਂ ਕਈ ਵਾਰ ਐਸੀਆਂ ਸਟੇਜ ਤੇ ਨਹੀਂ ਦੱਸੀ ਦੀਆਂ ਸੰਗਤਾਂ ਨੂੰ, ਪਰ ਹੁਣ ਕੀ ਹੈ ਵੀ ਤਾਂ ਸਾਰੇ ਕੁਐਸਚਨ ਕਰਦੇ ਵੀ ਜਦੋਂ ਵਾਹਿਗੁਰੂ ਕਰਦੇ ਆ, ਮੂਲ ਮੰਤਰ ਅਭਿਆਸ ਬਾਣੀ ਪੜ੍ਹਦੇ ਆ, ਕੁਛ ਵੀ ਕਰਦੇ ਆ, ਚੰਗੇ ਭਲੇ ਬੈਠੇ, ਜੇ ਨਾਮ ਜਪਣ ਲੱਗ ਜੀ ਆਵਾਸੀਆਂ ਆਈ ਜਾਂਦੀਆਂ, ਨੀਂਦ ਹੀ ਆਈ ਜਾਂਦੀ ਹੈ। ਇੱਕ ਤਾਂ ਇਹ ਕਾਰਨ ਦੱਸਿਆ ਜਿਹੜਾ, ਇੱਕ ਇਹ ਹੁੰਦਾ ਸਰੀਰ ਦੀ ਸਫਾਈ ਹੁੰਦੀ ਹੈ। ਸਰੀਰ ਦੇ ਅੰਦਰ ਇੰਨਾ ਕੁਝ ਬੈਠਾ, ਇੰਨਾ ਕੁਝ ਜਮਾ ਪਿਆ ਨਿਕਾ ਕਰਕੇ, ਉਹ ਆਵਾਸੀਆਂ ਰਾਹੀਂ ਬਾਹਰ ਨਿਕਲਦਾ। ਇਹ ਕਿਸੇ ਮਹਾਂਪੁਰਖ ਨੂੰ ਪੁੱਛਿਆ ਕਿ ਕੀ ਚੱਕਰ ਹੁੰਦਾ ਹੈ, ਕਹਿੰਦੇ ਬਹੁਤ ਕੁਛ ਆ ਭਾਈ, ਕੀ ਦਸੀਏ ਤੈਨੂੰ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਸਰੀਰ ਦੇ ਅੰਦਰ ਇੰਨਾ ਕੁਛ ਜਮਾ ਪਿਆ, ਇੰਨੇ ਪਾਪ ਜਮਾ ਪਏ ਨੇ, ਇੰਨੀਆਂ ਗੰਦੀਆਂ ਹਵਾਵਾਂ ਨੇ ਸਰੀਰ ਦੇ ਅੰਦਰ ਸੂਖਮ ਰੂਪ ਧਾਰ ਕੇ, ਕਿਣਕੀਆਂ ਮਾਤਰ ਬੈਠੇ ਨੇ। ਜਦੋਂ ਸਿਮਰਨ ਕਰਨ ਲੱਗਦੇ ਹੋ ਫਿਰ ਬਾਹਰ ਨੂੰ ਆਉਂਦੇ ਸਾਰੇ, ਕਹਿੰਦੇ ਉਬਾਸੀਆਂ ਆ ਕੇ ਬੁਰਾ ਹਾਲ, ਫਿਰ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਨੇ। ਹੁਣ ਇਹ ਸਾਰੀਆਂ ਇੰਟਰਨਲ ਚੀਜ਼ਾਂ ਨੇ। ਆਮ ਜਿਹੜੇ ਨਾਸਤਿਕ ਜੇ ਬੰਦੇ ਆ, ਉਹਨਾਂ ਵਿਚਾਰਿਆਂ ਨੂੰ ਤਕਲੀਫ ਹੋਣ ਲੱਗ ਜਾਂਦੀ ਸੁਣ ਕੇ, ਉਹ ਹੱਸਦੇ ਆ, ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ। ਪਰ ਹੁਣ ਕਰੀਏ ਕੀ, ਉਹ ਤਾਂ ਹੈਗੇ 10, ਸੰਗਤਾਂ ਹੈਗੀਆਂ 90 ਦਾ ਆਪਾਂ ਦੇਖਣਾ ਕਿ 10 ਦਾ ਦੇਖਣਾ। ਉਹਨਾਂ ਨੂੰ ਜੋ ਰੌਲਾ ਪਾਉਂਦੇ ਪਾਈ ਜਾਣ ਦੋ, ਉਹਨਾਂ ਜਾਣਾ ਹੀ ਨਰਕਾਂ ਨੂੰ ਆ। ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਘ ਦਰਸ਼ਨ ਹੈ। ਸਤਿਗੁਰੂ ਕਹਿੰਦੇ ਨਾਮ ਦੇ ਸ਼ਰਵਣ ਕਰਨ ਵਾਲਾ ਬੰਦਾ ਜਨਮ ਮਰਨ ਦੀ ਤਰਫੋਂ ਰਹੰਤ ਰਹਿ ਜਾਂਦਾ ਤੇ ਸਮੂਹ ਸੁੱਖਾਂ ਦੇ ਸਹਿਤ ਹੁੰਦਾ। ਉਸ ਨਾਮ ਜਪਣ ਵਾਲੇ ਦਾ ਦਰਸ਼ਨ ਵੀ ਅਮੋਘ ਭਾਵ ਸਫਲ ਹੁੰਦਾ ਹੈ, ਸਹਿਤ ਫਲਾਂ ਦੇ ਹੁੰਦਾ। ਮਹਾਰਾਜ ਜਿਸ ਭਗਵਾਨ ਦਾ ਨਾਮ ਐਸਾ ਫਲਦਾ ਹੈ, ਕਥਨ ਕੀਤਾ, ਉਹ ਭਗਵਾਨ ਕੈਸਾ ਹੋਵੇਗਾ। ਕਹਿੰਦੇ ਉਹਦਾ ਸੁਭਾਅ ਕੈਸਾ ਹੈ, ਕਿੰਨਾ ਸੋਹਣਾ ਭਗਵਾਨ ਹੈ। ਸਾਰਣ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤ। ਉਹ ਵਾਹਿਗੁਰੂ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਯੋਗ ਹੈ। ਸਾਰਣ ਜੋਗੰ ਸੰਤ ਪ੍ਰਿਆ ਨਾਨਕ, ਅਤੇ ਸੰਤਾਂ ਦਾ ਪ੍ਰਿਆ ਪਿਆਰ ਹੈ। ਫਿਰ ਉਹ ਭਗਵਾਨ ਖੇਮੰ ਕਰੋਤ, ਮੁਕਤੀ ਦੇ ਕਰੋਤ ਭਾਵ ਕਰਨ ਵਾਲਾ, ਖੇਮੰ ਰੱਖਿਆ ਦੇ ਕਰਨ ਵਾਲਾ, ਖੇਮੰ ਖੇਮਾ ਦੇ ਕਰਨ ਵਾਲਾ, ਮਾਫ ਕਰ ਦੇਣ ਵਾਲਾ। ਜਿਸ ਵੇਲੇ ਭਗਵਾਨ ਦੀ ਬੱਖੀ ਵਿੱਚ ਭ੍ਰਿਗੂ ਰਿਸ਼ੀ ਨੇ ਆ ਕੇ ਵਿਸ਼ਨੂੰ ਜੀ ਦੇ ਆਪਣਾ ਪੈਰ ਮਾਰਿਆ, ਤਾਂ ਉਸ ਵੇਲੇ ਭਗਵਾਨ ਨੇ ਖੇਮਾ ਗੁਣ ਗ੍ਰਹਿਣ ਕੀਤਾ, ਕੋਈ ਸਰਾਪ ਨਹੀਂ ਦਿੱਤਾ, ਸਗੋਂ ਉੱਠ ਕੇ ਭ੍ਰਿਗੂ ਦੇ ਚਰਨ ਘੁੱਟਣ ਲੱਗ ਪਏ। ਕਹਿੰਦੇ ਸਾਡਾ ਸਰੀਰ ਪੱਥਰ ਵਰਗਾ ਸਖਤ ਹੈ, ਆਪਦੇ ਚਰਨ ਕਮਲ ਫੁੱਲ ਵਾਂਗੂ ਕੋਮਲ ਹੈ, ਆਪ ਦੇ ਚਰਨਾਂ ਨੂੰ ਕੋਈ ਦੁੱਖ ਤਾਂ ਨਹੀਂ ਹੋਇਆ। ਕਿੰਨੀ ਨਿਮਰਤਾ ਧਾਰੀ ਹੈ। ਇਸ ਕਰਕੇ ਭਲਿਓਂ ਸੇ ਭਲਾ ਕਰੇ ਤੇ ਜਗਤ ਵਿਵਹਾਰ, ਬੁਰਿਓਂ ਸੇ ਜੇ ਭਲਾ ਕਰੇ ਤੇ ਵਿਰਲੇ ਸੰਸਾਰ। ਭਲੇ ਭਲਾਈ ਨਾ ਤਜੇ ਬੁਰਿਆਂ ਕੇ ਪੀ ਸਾਥ, ਕਿਆ ਵਿਸ਼ਨੂੰ ਦਾ ਘਟ ਗਿਆ ਭ੍ਰਿਗੂ ਨੇ ਮਾਰੀ ਲਾਤ। ਜੋ ਤੁਝ ਕੋ ਕਾਂਟੇ ਬੋਏ ਤਿਨ ਕੋ ਬੋ ਤੂੰ ਫੂਲ, ਤੁਝ ਕੋ ਫੂਲ ਕੇ ਫੂਲ ਹੈ ਵਾਹ ਕੋ ਸੂਲ ਕੀ ਸੂਲ। ਉਹਨੇ ਕੰਡੇ ਬੀਜੇ ਤਾਂ ਕੰਡੇ ਹੀ ਮਿਲਣੇ, ਤੂੰ ਆਪਣਾ ਭਲਾ ਕਰੀ ਜਾ। ਕਈ ਕਹਿੰਦੇ ਮੈਂ ਭਲਾ ਕਰਦਾ, ਲੋਕ ਮੇਰਾ ਬੁਰਾ ਕਰਦੇ ਆ, ਫਿਰ ਜਿਹੜਾ ਬੁਰਾ ਬੀਜਦਾ ਉਹਨੂੰ ਤਾਂ ਬੁਰਾ ਹੀ ਮਿਲਣਾ, ਤੈਨੂੰ ਤਾਂ ਤੇਰਾ ਤਾਂ ਭਲਾ ਹੀ ਹੋਣਾ, ਤੇਰੇ ਤਾਂ ਫੁੱਲਾਂ ਦੇ ਫੁੱਲ ਹੀ ਰਹਿਣੇ ਆ, ਉਹਦੀਆਂ ਸੂਲਾਂ ਦੀਆਂ ਸੂਲਾਂ ਹੀ ਬਣੀ ਜਾਣੀਆਂ। ਇਹ ਫਿਰ ਖਿਮਾ ਕਿਹਨੂੰ ਕਹਿੰਦੇ ਨੇ, ਖਿਮਾ ਦਾ ਸਰੂਪ ਕੀ ਹੈ। ਕਹਿੰਦੇ ਜਦ ਕੋਈ ਬੰਦਾ ਆਪਣੇ ਨਾਲ ਵਧੀਕੀ ਕਰੇ ਜਾਂ ਗਾਲਾਂ ਕੱਢੇ, ਤਾਂ ਉਹ ਤੋਂ ਪਾਸੋਂ ਬਦਲਾ ਲੈਣ ਦੀ ਤਾਕਤ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਵੀ ਉਹਨੂੰ ਕੁਝ ਨਾ ਕਹਿਣਾ, ਇਹਦਾ ਨਾਮ ਹੈ ਖਿਮਾ। ਫਿਰ ਜਿਸ ਵੇਲੇ ਸਤਿਗੁਰੂ ਅਮਰਦਾਸ ਜੀ ਦੀ ਬੱਖੀ ਵਿੱਚ ਦਾਤੂ ਨੇ ਲੱਤ ਮਾਰੀ ਸੀ, ਤਾਂ ਉਸ ਵੇਲੇ ਵੀ ਗਰੀਬ ਨਵਾਜ ਨੇ ਖਿਮਾ ਗੁਣ ਗ੍ਰਹਿਣ ਕੀਤਾ। ਅੱਗੋਂ ਆਪ ਉੱਠ ਕੇ ਉਹਦੇ ਚਰਨ ਘੁੱਟਣ ਲੱਗ ਪਏ। ਸਾਡਾ ਸਰੀਰ ਖੰਘਰ ਵਰਗਾ ਹੈ, ਸਾਡਾ ਸਰੀਰ 'ਚ ਹੱਡੀਆਂ ਨਿਕਲੀਆਂ, ਤੁਹਾਡੇ ਦਰਦ ਤਾਂ ਨਹੀਂ ਹੋਇਆ ਕਿਤੇ। ਨਾਲੇ ਲੱਤ 'ਚ ਦਰਦ ਹੋਣ ਲੱਗ ਗਿਆ, ਮੁੜ ਕੇ ਗਿਆ ਨਹੀਂ। ਫਿਰ ਤੀਜੇ ਪਾਤਸ਼ਾਹ ਵੇਲੇ ਦਰਦ ਸ਼ੁਰੂ ਹੋਇਆ, ਚੌਥੇ ਪਾਤਸ਼ਾਹ ਵੇਲੇ ਰਿਹਾ, ਪੰਜਵੇਂ ਪਾਤਸ਼ਾਹ ਚਰਨੀ ਪਿਆ, ਤਾਂ ਜਾ ਕੇ ਦਰਦ ਹਟਿਆ ਸੀ। ਸੋ ਇਸ ਕਰਕੇ ਇਹ ਦਾਤੂ ਨੇ ਲੱਤ ਮਾਰੀ ਸੀ। ਮਹਾਰਾਜ ਦੂਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਸੀਗੇ,
ਦਾਸੂ ਤੇ ਦਾਤੂ। ਦਾਸੂ ਵੱਡਾ ਸੀ, ਦਾਤੂ ਛੋਟਾ ਸੀ। ਤੋ ਇਸ ਕਰਕੇ ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿੰਨਾਂ ਦਾ ਮਾਰੇ ਘੁੰਮ, ਆਪਣਾ ਘਰ ਜਾਈਆ ਪੈਰ ਤਿੰਨਾਂ ਦੇ ਚੁੰਮ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ, ਇੱਕ ਛਿੱਜਾ ਬਿਆਲ ਲਤਾੜੀਐ, ਤਾਂ ਸਾਈਂ ਦਾ ਦਰਬਾੜੀਐ। ਇਹ ਆਪਾਂ ਅੱਗੇ ਜਾ ਕੇ ਹੁਣ ਕਥਾ ਸੁਣੀ ਲੈਣੀ ਸ਼ਲੋਕਾਂ ਦੀ। ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸਰਨਾਈ, ਖਿਮਾ ਗਰੀਬੀ ਆਨੰਦ ਸਹਿਜ ਸਹਿਜ, ਜਪਤ ਰਹਿ ਗੁਣਤਾਸ। ਖਿਮਾ ਗਹੀ ਸਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਪਈ, ਆਨੰਦ ਸੂਖ ਵਿਸਰਾਮ। ਖਿਮਾ ਧਾਰਨੀ ਹੈ। ਇਸ ਪ੍ਰਕਾਰ ਜਿਹੜੀ ਹੈ ਨਾ ਖਿਮਾ, ਮਹਾਰਾਜ ਕਹਿੰਦੇ ਆ ਇਹ ਸਭ ਤੋਂ ਵੱਡੀ ਹੈ। ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਭਾਈ ਗੁਰ ਸੇਵਾ ਦੇ ਕਰਨ ਨਾਲ ਸਭ ਪਦਾਰਥ ਮਿਲਦੇ ਨੇ। ਕਿਉਂਕਿ ਮਹਾਰਾਜ ਜੀ ਸਾਰੇ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਨੇ। ਪਰ ਇਹ ਧਿਆਨ ਦੇਣਾ ਕਿ ਖਿਮਾ ਦੇ ਜਾਚਕ ਬਣੋ, ਹਮੇਸ਼ਾ ਖਿਮਾ ਮੰਗ ਲਓ। ਹੈ ਤਾਂ ਇੱਥੇ ਹੀ ਚੱਲਦਾ ਸੌਰੀ ਸੌਰੀ ਕਰਦੇ, ਪਰ ਇੰਨਾ ਖਿਮਾ ਕਰ ਦੇਣਾ ਅਗਲੇ ਨੂੰ, ਮਾਫ ਕਰ ਦੇਣਾ ਅਗਲੇ ਨੂੰ ਹੋਰ ਚੀਜ਼ ਹੈ। ਸਮਰੱਥ ਵੀ ਹੋਣਾ, ਪਰਮੇਸ਼ਰ ਰੋਜ਼ ਖਿਮਾ ਕਰਦੇ ਆ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਆ ਤੇ। ਸਤਿਗੁਰੂ ਮਹਾਰਾਜ ਕਹਿੰਦੇ ਸਭ ਪੁਰਖਾਂ ਦਾ ਦਾਤਾ ਜੋ ਪਾਰ ਬ੍ਰਹਮ ਹੈ, ਉਹਦੇ ਸਰੂਪ ਜੋ ਪੂਰਨ ਪੁਰਖ ਗੁਰੂ ਹਨ, ਸ਼ਰਧਾ ਭਾਵਨਾ ਨਾਲ ਤੇ ਉਹਨਾਂ ਗੁਰਾਂ ਦੀ ਸੇਵਾ ਕਰਨ ਨਾਲ ਕਿੰਗ ਕਿਹੜਾ ਪਦਾਰਥ ਨਾ ਨਹੀਂ ਲੱਭਦਾ, ਭਾਵ ਸਾਰੇ ਪਦਾਰਥ ਲੱਭਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਪਾਵਨ ਬਚਨ ਅੱਗੇ ਹੁਣ ਫਰਮਾਉਂਦੇ ਹਨ, ਪਾਛੰ ਕ੍ਰੋਧ ਅਗਰਣੀ ਵਹਿ। ਸੋ ਇਸ ਪ੍ਰਕਾਰ ਆੜਾ ਗੱਗੇ ਦੇ ਪੈਰ ਚ ਰਾਣੀ, ਅਨਾਣੇ ਨੂੰ ਬਿਹਾਰੀ, ਵਾਹ ਵਾਹ ਹਾ ਹਾ। ਅਗਰਣੀ ਵਹਿ, ਪਾਛੰ ਕ੍ਰੋਧ ਅਗਰਣੀ ਵਹਿ। ਜੋ ਬਿਲਕੁਲ ਹੀ ਨੀਵੀਂ ਜਾਤੀ ਵਾਲੇ ਜਾਂ ਕੰਗਾਲ ਬੰਦੇ, ਸਭ ਤੋਂ ਪਿੱਛੇ ਰਹਿਣ ਵਾਲੇ ਆ, ਉਹਨਾਂ ਨੂੰ ਇਹ ਗੁਰਸੇਵਾ ਤੋਂ ਵੀ ਅਗਨੀ ਵਹਿ ਅੱਗੇ ਕਰਨ ਵਾਲੀ। ਇਹ ਗੁਰਸੇਵਾ ਬੰਦੇ ਨੂੰ ਸਭ ਤੋਂ ਅੱਗੇ ਕਰ ਦਿੰਦੀ। ਕਹਿੰਦੇ ਜਿਵੇਂ ਭਾਈ ਮੰਝ ਨੇ ਸੇਵਾ ਕੀਤੀ, ਭਾਈ ਮੰਝ ਨੂੰ ਇਹ ਸੇਵਾ ਨੇ ਸਭ ਤੋਂ ਅੱਗੇ ਕਰਤਾ। ਸੋ ਸੇਵਾ ਬੜੀ ਵੱਡੀ ਚੀਜ਼ ਆ। ਮਹਾਰਾਜ ਕਹਿੰਦੇ ਨੇ, ਸੋ ਜੋ ਮਨ ਪਿੱਛੇ ਬੈਠਾ ਸੀ ਸਾਰਿਆਂ ਤੋਂ, ਪੰਜਾਂ ਕੋਸ਼ਾਂ ਦੇ ਪਰਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਪਿੱਛੇ ਹੋ ਰਿਹਾ ਸੀ, ਉਸ ਮਨ ਨੂੰ ਪਰਮੇਸ਼ਰ ਨੇ ਅੱਗੇ ਇਹ ਗੁਰਸੇਵਾ ਜਿਹੜੀ ਆ ਨਾ ਪਰਮੇਸ਼ਰ ਦੇ ਅੱਗੇ ਕਰ ਦਿੰਦੀ ਹੈ। ਗੁਰੂ ਦੀ ਸੇਵਾ ਮਨ ਨੂੰ ਵੀ ਕਿਰਪਾ ਕਰਦੀ ਹੈ, ਪੰਜਾਂ ਕੋਸ਼ਾਂ ਨੂੰ ਵੀ ਕੱਟਦੀ ਹੈ। ਨਿਰਾਸੰ ਆਸ ਪੂਰਨ ਹੈ। ਇਹ ਗੁਰਸੇਵਾ ਨਿਰਾਸਿਆਂ ਬੰਦਿਆਂ ਦੀ ਆਸਾ ਪੂਰੀ ਕਰਨ ਵਾਲੀ ਹੈ। ਇਸ ਕਰਕੇ ਭਾਈ ਆਦਮ ਦੀ ਜਿਵੇਂ ਇੱਛਾ ਪੂਰੀ ਕੀਤੀ, ਉਹਦੇ ਲੜਕਾ ਨਹੀਂ ਸੀ, ਮਾਈ ਸੁਲੱਖਣੀ ਦੀ ਫਿਰ ਆਸਾ ਪੂਰੀ ਕੀਤੀ। ਸੋ ਪਰਮੇਸ਼ਰ ਤੇ ਭਰੋਸਾ ਰੱਖਿਆ ਸੀ ਕਿ ਬੱਚੇ ਨੇ, ਜਿਵੇਂ ਉਹਦੀ ਆਸਾ ਪੂਰੀ ਕੀਤੀ, ਤਾਂ ਕਹਿੰਦਾ ਸੀ ਸਾਰੀਆਂ ਢੇਰੀਆਂ ਢਾਤੀਆਂ, ਹੋਰ ਸਭੇ ਢਾਈਆਂ ਢੇਰੀਆਂ ਇੱਕ, ਤੇਰਾ ਆਸਰਾ ਤੱਕਿਆ। ਉਹ ਜਿਹੜਾ ਬੱਚਾ ਸੀ ਉਹਦੇ ਉੱਤੇ ਕਿਰਪਾ ਕੀਤੀ। ਨਿਰਧਨ ਭਯੰ ਤਨਵੰਤ ਹੈ, ਅਰੋਗੀਆਂ ਰੋਗ ਖੰਡਨ ਹੈ। ਫਿਰ ਗੁਰੂ ਸੇਵਾ ਦੇ ਕਰਨ ਨਾਲ ਨਿਰਧਨ ਕੰਗਾਲ ਬੰਦੇ ਪ੍ਰਤੱਖ ਧਨ ਵਾਲੇ ਧਨਾੜ ਬਣ ਜਾਂਦੇ ਨੇ। ਜਿਵੇਂ ਹੋਲਾਂ ਖਵਾਉਣ ਵਾਲੇ ਬੱਚੇ ਦੀ ਆਪਾਂ ਸਾਖੀ ਕਈ ਵਾਰ ਦੱਸੀ ਹੈ, ਉਹ ਮਹਾਰਾਜ ਨੂੰ ਹੋਲਾਂ ਖਵਾਈਆਂ, ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਖੁਸ਼ ਹੋ ਗਏ। ਫਿਰ ਜਨਮ ਸਾਖੀ ਜਿਵੇਂ ਲਿਖਿਆ, 70 ਤੇਰਾ ਲੇਖ ਨਿਹਾਲੀ, ਭਾਵ ਤੇਰਾ ਭਗਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਮਹਾਰਾਜ ਨੇ ਸੁਲਤਾਨ ਕਿਹਾ ਤੇ ਉਹ ਸੁਲਤਾਨ ਹੀ ਬਣ ਗਿਆ। ਫਿਰ ਗੁਰਸੇਵਾ ਰੋਗੀ ਬੰਦਿਆਂ ਦੇ ਰੋਗਾਂ ਨੂੰ ਖੰਡਣਾ, ਭਾਵ ਕਰਨ ਵਾਲੀ ਹੈ। ਪ੍ਰੇਮੇ ਕੋੜੀ ਨੂੰ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੀ ਕੀਤਾ ਸੀ, ਕਿੰਨੇ ਕੋੜੀ ਕਿੰਨੇ ਰੋਗੀ ਰਾਜੀ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਉਹ ਦੇਖੋ ਪ੍ਰੇਮੇ ਕੋੜੀ ਦਾ ਨਾਂ ਸੋ ਮਰਾਰੀ ਰੱਖਿਆ। ਅੱਗੋਂ ਫਿਰ ਉਹਦੀ ਜਿਹੜੀ ਸ਼ੀਹੇ ਉੱਪਲ ਦੀ ਲੜਕੀ ਸੀ ਉਹਦੇ ਨਾਲ ਵਿਆਹ ਕੀਤਾ, ਉਹਦਾ ਨਾਮ ਮਥੋ ਰੱਖਿਆ। ਮਥੋ ਮਰਾਰੀ। ਫਿਰ ਇਹ ਮਹਾਰਾਜ ਨੇ ਕਿਹਾ ਜਿਹੜਾ ਮਥੋ ਮਰਾਰੀ ਦਾ ਜਾਪ ਕਰੂਗਾ ਉਹਦਾ ਭਲਾ ਹੋਊਗਾ। ਉਹਨਾਂ ਤੋਂ ਅੱਗੇ ਦੁਨੀ ਚੰਦ ਹੋਇਆ, ਹੇਮ ਚੰਦ, ਖੇਮ ਚੰਦ, ਸੋਭ ਨਰੈਣ, ਧੀਰ ਮੱਲ, ਇਹ ਵੱਖਰਾ ਹੋਇਆ ਧੀਰ ਮੱਲ। ਖੇਮ ਚੰਦ ਦੀ ਅੱਗੇ ਕੁਲ ਚੱਲੀ ਸਾਰੀ, ਇਹ ਕਿਸ਼ੋਰ ਦਾਸ, ਫਿਰ ਬਾਬਾ ਗੁਲਾਬ ਦਾਸ ਜੀ, ਬਾਬਾ ਧਰਮਦਾਸ, ਭਾਈ ਦਰਬਾਰੀ ਸਾਹਿਬ ਜੀ, ਭਾਈ ਮੂਲਾ ਸਾਹਿਬ ਜੀ, ਭਾਈ ਲੱਖੂ ਸਾਹਿਬ, ਬਾਬਾ ਸਾਹਿਬ ਦਿਆਲ ਜੀ, ਮਹੰਤ ਕਰਮਚੰਦ ਜੀ, ਮਹੰਤ ਗੁਰਮੁਖ ਸਿੰਘ ਜੀ, ਇਹ ਹਜੂਰ ਸਾਹਿਬ ਅੰਮ੍ਰਿਤ ਛਕ ਕੇ ਮਹੰਤ ਹਰਦਰਸ਼ਨ ਸਿੰਘ ਜੀ ਨਾਂ ਰੱਖਿਆ। ਫਿਰ ਤੇ ਅੱਜ ਕੱਲ੍ਹ ਰੋਹਤਕ ਭਵਾਨੀ ਰੋਡ ਗੱਦੀ ਤੇ ਸੁਸ਼ੋਭਤ ਹੈ। ਤੋ ਇਸ ਪ੍ਰਕਾਰ ਇਹ ਜਿਹੜੀ ਸਾਰਾ ਕੁਛ ਹੈ ਨਾ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਦੀਆਂ ਬਖਸ਼ਿਸ਼ ਕੀਤੀਆਂ
ਖੇਮਚੰਦ ਜੀ ਨੂੰ 10ਵੇਂ ਪਾਤਸ਼ਾਹ ਨੇ ਗੱਦੀ ਬਖਸ਼ੀ ਹੈ ਅਤੇ 1758 ਬਿਕਰਮੀ ਵਿੱਚ ਇਹਨਾਂ ਨੇ ਚੰਦਰਭਗਾ ਨਦੀ ਤੇ ਡੇਰਾ ਲਗਾਉਣਾ ਕੀਤਾ ਹੈ। ਸੋ ਜਨਮ ਫਰੂਕੇ 'ਚ ਹੋਇਆ, 1849 'ਚ ਗੱਦੀ ਮਿਲੀ, 1880 'ਚ ਭਾਈ ਮੂਲਾ ਸਾਹਿਬ ਜੀ ਆਏ ਨੇ। ਇਹ ਬਹੁਤ ਸਾਰਾ ਕੁਛ ਆਪ ਜੀ ਨੇ ਮਹਾਂਪੁਰਸ਼ਾਂ ਦੀ ਪੁੰਨ ਸਿਮਰਤੀ ਰੋਹਤਕ ਭਵਾਨੀ ਰੋਡ ਪਰ ਨਵਾਂ ਹਰਮੰਦਰ ਬਣਾਇਆ, ਜਿਸ ਦੀ ਚੱਠ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦਾ ਭੋਗ ਪਾ ਕੇ ਹੋਈ ਸੀ 24 ਸੰਮਤ 2021 ਮੁਤਾਬਕ 6 ਮਈ ਸੰਨ 1964 ਵਾਲੇ ਦਿਨ ਕੀਤੀ ਹੈ। ਸੋ ਉਸ ਸਮੇਂ ਸੇਵਾ ਪੰਥੀ ਭੇਖ ਦੇ ਸਰਮੌਰ ਸ਼੍ਰੀਮਾਨ 108 ਪੰਡਤ ਨਿਸ਼ਚਲ ਸਿੰਘ ਜੀ ਪ੍ਰਧਾਨ ਜਗਾਦਰੀ ਵਾਲੇ ਤੋਂ ਆਦਿ ਬਹੁਤ ਸਾਰੇ ਮਹੰਤ ਸੰਤ ਗੁਣੀ ਗਿਆਨੀ ਰਾਗੀ ਪ੍ਰਚਾਰਕਾਂ ਨੇ ਦਰਸ਼ਨ ਦੇ ਕੇ ਆਪਣੇ ਮਨੋਹਰ ਬਚਨਾਂ ਦੁਆਰਾ ਬੜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਾਰੀ ਮਥੋ ਮੁਰਾਰੀ ਦੀ ਸਾਰੀ ਹੰਸ ਬੰਸ ਕੋਲ ਅੱਗੇ ਚੱਲੀ, ਅੱਗੇ ਉਹਨਾਂ ਦੀ ਗੱਦੀ ਚੱਲੀ। ਫਿਰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਹਨ। ਸੋ ਫਿਰ ਬਾਬਾ ਧਰਮਦਾਸ ਜੀ ਹੋਏ ਨੇ, ਧੰਨ ਭਾਈ ਆਇਆ ਰਾਮ ਸਾਹਿਬ ਜੀ, ਜਿਨ੍ਹਾਂ ਦਾ ਪਵਿੱਤਰ ਸਥਾਨ ਮਘਿਆਣੇ ਵਿੱਚ ਹੈ। ਇਹ ਭਾਈ ਅੱਡਣ ਸਾਹਿਬ ਦੇ ਚੇਲੇ ਹਨ। ਤੋ ਇਹਨਾਂ ਨੇ ਭਾਈ ਧਰਮਦਾਸ ਨੂੰ ਤਿਲਕ ਦੇ ਕੇ ਸੇਵਾ ਪੰਥੀ ਟੋਪੀ ਦਿੱਤੀ, ਅੱਗੋਂ ਲਈ ਚੜ੍ਹਤ ਲਈ ਜਾਣਾ ਬੰਦ ਕਰ ਦਿੱਤਾ ਸੀ। ਇਸ ਲਈ ਇਹ ਮਥੋ ਮੁਰਾਰੀ ਚੱਲੀ ਹੋਈ ਪ੍ਰਣਾਲੀ ਭਾਈ ਧਰਮਦਾਸ ਜੀ ਤੋਂ ਸੇਵਾ ਪੰਥੀ ਭੇਖ ਨਾਲ ਸੰਬੰਧ ਰੱਖਣ ਲੱਗੀ। ਭਾਈ ਆਇਆ ਰਾਮ ਸਾਹਿਬ ਜੀ ਪੁੰਨ ਸਿਮਰਤੀ 'ਚ ਦਿੱਲੀ ਪੰਜਾਬੀ ਬਾਗ ਦੇ ਵਿੱਚ ਸ਼੍ਰੀਮਾਨ ਮਹੰਤ ਗੁਰਮੁਖ ਸਿੰਘ ਨੇ ਆਪ ਜ਼ਮੀਨ ਖਰੀਦ ਕੇ ਫਿਰ ਇਹ ਸੋ ਸਾਰਾ ਬਣਾਇਆ ਥਾਂ। ਸਿੰਘ ਸਾਰੇ ਲੱਗੇ ਸੇਵਾ ਦੇ ਵਿੱਚ। ਇਹ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਤਿਗੁਰੂ ਮਹਾਰਾਜ ਨੇ ਪਿਛਲੀਆਂ ਸਮਿਆਂ 'ਚ ਆਪਾਂ ਨੂੰ ਬਖਸ਼ਿਸ਼ ਕੀਤੀਆਂ, ਅੱਗੇ ਅੱਗੇ ਉਹ ਸਾਰਾ ਕੁਝ ਚੱਲਿਆ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਮਹਾਰਾਜ ਕਹਿਣ ਲੱਗੇ ਹਰੀ ਲਾਲ ਕ੍ਰਿਸ਼ਨ ਲਾਲ, ਫਿਰ ਇਹ ਜਿਹੜੀ ਗੁਰੂ ਦੀ ਸੇਵਾ ਨਾ, ਇਹ ਸਾਧ ਸੰਗਤ ਜੀ, ਇਹ ਗੁਰਸਿੱਖੋ ਸੁਣੋ। ਕਹਿੰਦੇ ਭਗਤੀ ਦੀ ਚਾਹ ਵਾਲਿਆਂ ਨੂੰ ਭਗਤੀ ਦਾਨ ਦੇਣ ਵਾਲੀ, ਜੇ ਕੋਈ ਸੇਵਾ ਕਰਕੇ ਜੋ ਮਰਜ਼ੀ ਮੰਗ ਲਓ, ਭਗਤੀ ਮੰਗ ਲਓ। ਅਤੇ ਰਾਮ ਨਾਮ ਦੀ ਇੱਛਾ ਵਾਲਿਆਂ ਨੂੰ ਹੋਰ ਵਿਸ਼ੇਸ਼ ਰਾਮ ਨਾਮ ਦੀ ਦਾਤ ਦੇਣ ਵਾਲੀ ਹੈ। ਸ਼ੁਭ ਗੁਣਾਂ ਦੀ ਇੱਛਾ ਵਾਲਿਆਂ ਨੂੰ ਇਹ ਗੁਰ ਸੇਵਾ ਸਤ ਸੰਤੋਖ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਵਾਲੀ ਹੈ। ਤੇ ਕੀਰਤਨੀਆਂ ਨੂੰ ਹੋਰ ਵਿਸ਼ੇਸ਼ ਕੀਰਤਨ ਦੀ ਦਾਤ ਬਖਸ਼ਣ ਵਾਲੀ। ਜੇ ਕੋਈ ਕੀਰਤਨ ਕਰਦਾ, ਜੇ ਉਹ ਸੇਵਾ ਕਰਨ ਲੱਗ ਜੇ ਨਾਲ, ਉਹਦਾ ਕੀਰਤਨ 'ਚ ਰਸ ਪੈਦਾ ਹੋ ਜਾਂਦਾ। ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਅਤੇ। ਮਹਾਰਾਜ ਕਹਿਣ ਲੱਗੇ ਸਾਰਿਆਂ ਮਨੁੱਖਾਂ ਦਾ ਦਾਤਾ ਜੋ ਪਾਰ ਬ੍ਰਹਮ ਹੈ, ਉਹਦੇ ਸਰੂਪ ਜੋ ਗੁਰਦੇਵ ਜੀ ਹਨ, ਉਹਨਾਂ ਦੀ ਸੇਵਾ ਕਰਨ ਨਾਲ ਕਿੰਗ ਨ ਲੱਭਿਅਤੇ, ਕਿਹੜੀ ਕਿਹੜੀ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ, ਸਾਰਾ ਕੁਝ ਮਿਲ ਜਾਂਦਾ। ਇਹ ਪੰਕਤੀ ਆਪਾਂ ਪਹਿਲਾਂ ਦੱਸੀ ਸੀ ਸ਼ੁਰੂ ਦੇ ਵਿੱਚ। ਸੇ ਅਖੀਰਲੀ ਪੰਕਤੀ ਆਪਾਂ ਤਾਂ ਦੱਸੀ ਵੀ ਗੁਰੂ ਦੀ ਸੇਵਾ ਨਾਲ ਕੀ ਕੀ ਨਹੀਂ ਮਿਲਦਾ ਹੈ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਅਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਹੈ ਅਤੇ ਬ੍ਰਹਮ ਭਾਵ ਵਿਆਪਕ ਸਰੂਪ ਹੈ, ਪੁਰਖ ਪੁਰਸ਼ਾਰਥ ਵਾਲਾ ਹੈ ਅਤੇ ਸਮੂਹ ਦਾਤਾਂ ਦੇ ਦੇਣ ਵਾਲਾ, ਉਹਦੇ ਸਰੂਪ ਜੋ ਗੁਰੂ ਹਨ, ਉਹਨਾਂ ਗੁਰਾਂ ਦੀ ਸੇਵਾ ਕਿਸੇ ਵਿਰਲੇ ਵਡਭਾਗੀ ਨੂੰ ਲੱਭੇ ਤੇ ਲੱਭਦੀ ਹੈ, ਪਰ ਪਾਠ ਤਾਂ ਕਿੰਗ ਨ ਲੱਭਿਆ ਤੇ ਹੀ ਹੈ। ਮਹਾਰਾਜ ਹੁਣੇ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਭਾਈ ਗੁਰਦਾਸ ਜੀ ਨੇ ਲਿਖਿਆ, ਮਾਨਸ ਜਨਮ ਅਮੋਲ ਹੈ, ਹੋਇਆ ਮੋਲ ਸਾਧ ਸੰਗ ਪਾਏ, ਅੱਖੀਂ ਤੋਂ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ, ਮਸਤਕ ਸੀਸ ਅਮੋਲ ਹੈ, ਚਰਨ ਸਰਣ ਗੁਰ ਧੂੜ ਸੁਹਾਏ, ਜਿਹਵਾ ਸ਼ਰਮਣਾ ਅਮੋਲ ਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ, ਹਸਤ ਚਰਨ ਅਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ। ਪੈਰੀ ਪੈ ਪਾਪ ਖਾਕ ਹੋਏ, ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ ਨਿਤ ਕਰੈ ਮਜੂਰੀ, ਤਰੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਚੰਦਨ ਹੋਵੇ ਸਿੰਘਮਲੋਂ ਫਲ ਵਾਸ ਹਜੂਰੀ। ਇਹ ਸਾਰੀ ਜਿੰਨੀ ਚੀਜ਼ ਹੈ ਸਭ ਸੇਵਾ 'ਚ ਹੈ। ਹੋਰ ਫਰਮਾਉਂਦੇ ਨੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗਾ ਨਾ ਚਰਨੀ, ਧ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਨੀ, ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਨੀ, ਧ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਨੀ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ